ਹੈਲੋ ਸਟੂਡੈਂਟਸ, ਅੱਜ ਆਪਾਂ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲ ਫਿਰ ਜਿਹੜੇ ਆ ਸ਼ਾਮਲ ਹੋਏ ਆ ਤਾਂ ਕਿ ਜਿਹੜਾ ਆ ਤੁਹਾਡੀ ਤਿਆਰੀ ਦੇ ਵਿੱਚ ਥੋੜਾ ਬਹੁਤਾ ਹਿੱਸਾ ਪਾ ਸਕੀਏ, ਕਿਉਂਕਿ ਹੁਣ ਪੇਪਰ ਆ ਰਹੇ ਆ ਔਰ ਕੁਐਸਚਨ ਆਨਸਰਸ ਦੀ ਵੀ ਸਾਰੇ ਜਿਹੜੇ ਆ ਵਿਦਿਆਰਥੀਆਂ ਨੂੰ ਲੋੜ ਆ। ਇਸ ਕਰਕੇ ਮੈਂ ਕੁਝ ਜਿਹੜੇ ਆ ਲਾਜ਼ਮੀ ਜਾਂ ਇੰਪੋਰਟੈਂਟ ਕੁਐਸਚਨ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਆ ਔਰ ਤੁਸੀਂ ਕਿੱਦਾਂ ਲਿਖਣੇ ਆ ਉਹਨਾਂ ਬਾਰੇ ਜਿਹੜੀ ਆ ਚਰਚਾ ਕਰਨ ਦੇ ਲਈ ਅੱਜ ਵੀਡੀਓ ਬਣਾ ਰਹੀ ਹਾਂ। ਔਰ ਅੱਜ ਆਪਾਂ ਜਿਹੜੀ ਸਟੋਰੀ ਡਿਸਕਸ ਕਰਨੀ ਆ ਉਹ ਹੈਗੀ ਆ ਬਾਕੀ ਸਭ ਸੁੱਖ ਸਾਂਦ ਹੈ। ਇਹ ਜਿਹੜੀ ਸਟੋਰੀ ਹੈ ਬੱਚੇ ਤੁਹਾਡੀ ਲਿਖੀ ਹੋਈ ਹੈ ਮੋਹਨ ਭੰਡਾਰੀ ਦੀ, ਠੀਕ ਹੈ, ਜਿਹਦੇ ਵਿੱਚ ਉਹਨੇ ਇੱਕ ਕਹਿ ਲਓ ਪੇਂਡੂ ਲੋਕਾਂ ਬਾਰੇ ਔਰ ਖ਼ਾਸ ਤੌਰ 'ਤੇ ਜਿਹੜੀ ਹਰ ਕੌਰ ਆ ਉਹਦੇ ਬਾਰੇ ਇਹਦੇ ਵਿੱਚ ਜਾਣਕਾਰੀ ਦਿੱਤੀ ਆ। ਸੋ ਇਹਦੇ ਸਟੋਰੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਹੈਗੇ ਆ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਆ ਨਾ, ਉਹਦੇ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਕੁਐਸਚਨ ਇਹਦੇ ਵਿੱਚ ਲਿਖਿਆ ਹੈ ਉਹ ਹੈ ਬਾਕੀ ਸਭ ਸੁੱਖ ਸੰਦ ਕਹਾਣੀ ਦਾ ਨਾਮ ਹੈ ਬਾਕੀ ਸਭ ਸੁੱਖ ਸਾਂਦ ਹੈ ਤੋਂ ਕੀ ਭਾਵ ਹੈ। ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਹੈ ਤੁਹਾਨੂੰ ਇਹੀ ਪੁੱਛਿਆ ਜਾ ਸਕਦਾ ਆ ਕਿ ਬਾਕੀ ਸਭ ਸੁੱਖ ਸੰਦ ਤੋਂ ਕੀ ਭਾਵ ਲਿਆ ਗਿਆ ਆ। ਸੋ ਦੇਖੋ, ਬਾਕੀ ਸਭ ਸੁੱਖ ਸਾਂਦ ਹੈ ਤੋਂ ਭਾਵ ਹੈ ਕਿ ਬਾਕੀ ਸਭ ਠੀਕ ਠਾਕ ਹੈ। ਪਹਿਲਾਂ ਤਾਂ ਤੁਸੀਂ ਇਹਦਾ ਸਿੰਪਲ ਮੀਨਿੰਗ ਲਿਖੋ, ਠੀਕ ਹੈ। ਇਹ ਵਾ ਕਹਾਣੀ ਦੀ ਮੁੱਖ ਪਾਤਰ ਹਰ ਕੌਰ ਰਾਹੀਂ ਉਚਾਰੇ ਗਏ ਮਤਲਬ ਬੋਲੇ ਗਿਆ, ਜੋ ਕਿ ਹਰ ਪਾਸੋਂ ਦੁੱਖਾਂ ਤੇ ਤਕਲੀਫਾਂ ਨਾਲ ਘਿਰੀ ਹੋਈ ਹੈ। ਉਮੀਦ ਦੀ ਕੋਈ ਵੀ ਕਿਰਨ ਉਹਨੂੰ ਨਜ਼ਰ ਨਹੀਂ ਆਉਂਦੀ, ਪਰ ਜਦੋਂ ਉਹ ਮੋਹਨ ਸਿੰਘ ਤੋਂ ਆਪਣੇ ਫੌਜੀ ਪੁੱਤਰ ਦੇ ਨਾਂ ਚਿੱਠੀ ਲਿਖਵਾਉਂਦੀ ਹੈ ਤਾਂ ਆਪਣੇ ਸਾਰੇ ਦੁੱਖਾਂ ਦਾ ਬਿਆਨ ਕਰਦੀ ਆਪਣੇ ਪੋਤੇ ਨੂੰ ਯਾਦ ਕਰਦੀ ਹੈ ਜੋ ਜਨਮ ਲੈਂਦਿਆਂ ਸਾਰ ਰੱਬ ਨੂੰ ਪਿਆਰਾ ਹੋ ਗਿਆ ਸੀ। ਤਾਂ ਮੋਹਨ ਸਿੰਘ ਉਸ ਨੂੰ ਹੌਸਲਾ ਦਿੰਦਾ ਆ। ਜਦੋਂ ਸਾਰੀ ਚਿੱਠੀ ਲਿਖਵਾ ਲੈਂਦੀ ਹੈ ਨਾ ਹਰ ਕੌਰ, ਤੇ ਅਖੀਰ ਦੇ ਵਿੱਚ ਉਹ ਆਪਣੇ ਪੋਤੇ ਦਾ ਜ਼ਿਕਰ ਕਰਦੀ ਹੈ ਜਿਹੜਾ ਕਿ ਹੁੰਦਿਆਂ ਸਾਰ ਰੱਬ ਨੂੰ ਪਿਆਰਾ ਹੋ ਗਿਆ ਸੀ। ਉਸ ਸਮੇਂ ਜਿਹੜਾ ਮੋਹਨ ਸਿੰਘ ਹੈ ਨਾ ਉਹ ਕਿਹਨੂੰ ਹੌਸਲਾ ਦਿੰਦਾ ਆ? ਹਰ ਕੌਰ ਨੂੰ ਹੌਸਲਾ ਦਿੰਦਾ ਆ। ਕੀ ਕਹਿੰਦਾ ਆ ਕਿ ਭਾਬੀ ਦੀ ਸਿਹਤ ਠੀਕ ਹੋਣੀ ਚਾਹੀਦੀ ਹੈ ਤੇ ਉਮਰ ਲੰਬੀ ਚਾਹੀਦੀ ਹੈ, ਨਾਲੇ ਜਿਉਂਦਾ ਰਹੇ ਬਾਈ ਕੌਰ ਜਾਗਰ, ਹਰ ਕੌਰ ਦਾ ਮੁੰਡਾ। ਇਹ ਸੁਣ ਕੇ ਹਰ ਕੌਰ ਦੀ ਸੋਚ ਆਸ਼ਾਵਾਦੀ ਹੋ ਜਾਂਦੀ ਹੈ, ਕਿਉਂਕਿ ਪਹਿਲਾਂ ਤਾਂ ਉਹ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਈ ਸੀ, ਹਰ ਪਾਸੋਂ ਉਹਨੂੰ ਸੁੱਖ ਦੀ ਕੋਈ ਵੀ ਉਮੀਦ ਨਹੀਂ ਸੀ। ਪਰ ਜਿੱਦਾਂ ਹੀ ਉਹਨੂੰ ਮੋਹਨ ਸਿੰਘ ਹੌਸਲਾ ਦਿੰਦਾ ਹੈ ਨਾ ਤਾਂ ਉਹਦਾ ਜਿਹੜਾ ਡਿੱਗਦਾ ਢਹਿੰਦਾ ਹੌਸਲਾ ਆ ਫਿਰ ਬਰਕਰਾਰ ਹੋ ਜਾਂਦਾ ਆ, ਤੇ ਉਹਦੀ ਜਿਹੜੀ ਸੋਚ ਆ ਨਾ ਉਹ ਕੀ ਹੋ ਜਾਂਦੀ ਹੈ? ਆਸ਼ਾਵਾਦੀ ਮਤਲਬ ਪੋਜ਼ਿਟਿਵ। ਤੇ ਸਾਨੂੰ ਇਹ ਸਬਕ ਦੇ ਕੇ ਜਾਂਦੀ ਹੈ ਕਿ ਕਿਵੇਂ ਦੁੱਖਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਨਿਰਾਸ਼ਾਵਾਦੀ ਹੋਣ ਦੀ ਥਾਂ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਮਤਲਬ ਕਿ ਜਿੰਨੀਆਂ ਮਰਜ਼ੀ ਦੁੱਖ ਤਕਲੀਫਾਂ ਆ ਜਾਣ, ਸੋਚ ਹਮੇਸ਼ਾ ਕਿਹੜੀ ਰੱਖਣੀ ਹੈ? ਆਸ਼ਾਵਾਦੀ ਹੀ ਰੱਖਣੀ ਹੈ। ਰੱਬ ਦੀ ਮਿਹਰ ਨਾਲ ਸਭ ਸੁਖੀ ਸੰਦੀ ਹੋ ਹੀ ਜਾਵੇਗਾ। ਕਿਉਂ ਸੁਖੀ ਸੰਦੀ ਹੋ ਜਾਵੇਗਾ? ਕਿਉਂਕਿ ਬੱਚੇ ਹਮੇਸ਼ਾ ਜਿਹੜਾ ਹੈ ਦੁੱਖ ਤੋਂ ਬਾਅਦ ਸੁੱਖ ਤੇ ਦਿਨ ਤੋਂ ਬਾਅਦ ਜਿਹੜਾ ਹੈ ਸਵੇਰਾ ਜ਼ਰੂਰ ਹੁੰਦਾ ਆ। ਹਮੇਸ਼ਾ ਨਾ ਤਾਂ ਰਾਤ ਰਹਿੰਦੀ ਹੈ ਔਰ ਹਮੇਸ਼ਾ ਨਾ ਹੀ ਦੁੱਖ ਰਹਿੰਦੇ ਆ। ਸੋ ਦੁੱਖ ਤੋਂ ਬਾਅਦ ਸੁੱਖਾਂ ਭਰੀ ਸਵੇਰ ਤੇ ਹਨੇਰੇ ਤੋਂ ਬਾਅਦ ਜਿਹੜਾ ਹੈ ਚਾਨਣ ਜ਼ਰੂਰ ਹੁੰਦਾ ਹੈ। ਸੋ ਇਸ ਆਧਾਰ ਦੇ ਉੱਪਰ ਜਿਹੜਾ ਹੈ ਹਰ ਕੌਰ ਨੂੰ ਵੀ ਉਮੀਦ ਸੀ ਕਿ ਉਹਦਾ ਜਿਹੜਾ ਹੈ ਹੌਲੀ ਹੌਲੀ ਸਾਰੇ ਦੁੱਖ ਤਕਲੀਫ ਖਤਮ ਹੋ ਜਾਣਗੇ, ਸਭ ਕੁਝ ਠੀਕ ਠਾਕ ਹੋ ਜਾਵੇਗਾ ਔਰ ਉਹ ਆਪਣੀ ਸੋਚ ਨੂੰ ਕੀ ਬਣਾ ਲੈਂਦੀ ਹੈ? ਆਸ਼ਾਵਾਦੀ ਬਣਾ ਲੈਂਦੀ ਹੈ। ਸੋ ਉਹਨੂੰ ਉਮੀਦ ਸੀ ਕਿ ਰੱਬ ਦੀ ਮਿਹਰ ਨਾਲ ਸਭ ਕੁਝ ਸੁਖੀ ਸੰਦੀ ਹੋ ਜਾਵੇਗਾ। ਸੋ ਇਸ ਆਧਾਰ ਦੇ ਉੱਪਰ ਜਿਹੜਾ ਹੈ ਇਸ ਕਹਾਣੀ ਦਾ ਸਿਰਲੇਖ ਕੀ ਰੱਖਿਆ ਗਿਆ ਹੈ? ਬਾਕੀ ਸਭ ਸੁੱਖ ਸਾਂਦ ਹੈ, ਠੀਕ ਹੈ। ਦੂਸਰਾ ਕੁਐਸਚਨ ਦੇਖੋ ਬੇਟੇ, ਪਿੰਡ ਦੇ ਲੋਕ ਮੋਹਨ ਸਿੰਘ ਕੋਲੋਂ ਕਿਵੇਂ ਦੀਆਂ ਚਿੱਠੀਆਂ ਲਿਖਵਾਉਂਦੇ ਸੀ? ਕਿਸ ਤਰ੍ਹਾਂ ਦੀਆਂ ਚਿੱਠੀਆਂ ਲਿਖਵਾਉਂਦੇ ਸੀ? ਠੀਕ ਹੈ। ਮੋਹਨ ਸਿੰਘ ਪਿੰਡ ਦੇ ਵਿੱਚ ਇਕਲੌਤਾ ਪੜ੍ਹਿਆ ਲਿਖਿਆ ਮੁੰਡਾ ਸੀ। ਇਹ ਤਾਂ ਆਪਾਂ ਕਹਾਣੀ 'ਚ ਪੜ੍ਹਿਆ ਸੀਗਾ ਨਾ ਕਿ ਸਿਰਫ ਮੋਹਨ ਸਿੰਘ ਹੀ ਸੀ ਜਿਸਨੇ 10ਵੀਂ ਪਾਸ ਕੀਤੀ ਸੀ ਔਰ ਉਹ ਪਿਛਲੇ 5 ਸਾਲਾਂ ਤੋਂ, ਮਤਲਬ ਜਦੋਂ ਤੋਂ ਉਹਨੇ 5ਵੀਂ ਪਾਸ ਕੀਤੀ ਸੀ ਨਾ ਉਦੋਂ ਤੋਂ ਲੈ ਕੇ ਹੁਣ ਉਹ 10ਵੀਂ ਕਰ ਚੁੱਕਾ ਸੀ ਔਰ ਲਗਾਤਾਰ 5 ਸਾਲਾਂ ਤੋਂ ਚਿੱਠੀਆਂ ਲਿਖਦਾ ਆ ਰਿਹਾ ਸੀ। ਹੁਣ ਆਪਾਂ ਕੁਐਸਚਨ ਪੁੱਛਿਆ ਸੀ ਕਿ ਮੋਹਨ ਸਿੰਘ ਕੋਲੋਂ ਜਿਹੜੀਆਂ ਆ ਕਿਹੋ ਜਿਹੀਆਂ ਚਿੱਠੀਆਂ ਲਿਖਵਾਉਂਦੇ ਸੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੁੜੀਆਂ ਦੀ। ਕੁੜੀਆਂ ਦੋਹੇ, ਟੀਚਰਾਂ, ਤੁਕਾਂ ਜੋੜ ਕੇ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ। ਦੋਹੇ ਹੁੰਦੇ ਆ 2-2 ਲਾਈਨਾਂ ਦੀ ਕਵਿਤਾ। ਟੀਚਰ ਹੁੰਦੀ ਬੱਚੇ ਕਿਸੇ ਦਾ ਮਖੌਲ ਕਰਨਾ।
ਤੁਕ ਹੁੰਦੀਆਂ 17 ਜਿਹੜੀਆਂ ਕਿਸੇ ਮੌਕੇ ਦੇ ਉੱਪਰ ਟੁੱਕਦੀਆਂ ਹੋਣ, ਠੀਕ ਹੈ, ਉਹ ਜੋੜ ਕੇ ਮਤਲਬ ਸਧਾਰਨ ਚਿੱਠੀ ਤਾਂ ਲਿਖਵਾਉਂਦੀਆਂ ਹੀ ਨਹੀਂ ਸੀ, ਇਹ ਸਾਰੀਆਂ ਚਿੱਠੀਆਂ ਜਿਹੜੀਆਂ ਆ ਲਿਖਵਾਉਣ ਸਮੇਂ ਇਹਨਾਂ ਚੀਜ਼ਾਂ ਨੂੰ ਉਹ ਲਿਖਵਾਉਂਦੀਆਂ ਸੀ। ਔਰ ਚਿੱਠੀ ਕਿੱਦਾਂ ਦੀ, 4-4 ਸਫ਼ੇ ਮਤਲਬ 4-4 ਪੇਜਿਸ ਦੀ ਚਿੱਠੀ ਲਿਖਾਉਂਦੀ ਸੀ। ਕਈ ਵਾਰ ਚਿੱਠੀ ਲਿਖਵਾਉਂਦੀਆਂ ਉਹ ਸਮਾਧੀ ਵਿੱਚ ਚਲੇ ਜਾਂਦੀਆਂ, ਸਮਾਧੀ ਵਿੱਚ ਮਤਲਬ ਸੋਚਾਂ ਦੇ ਵਿੱਚ ਚਲੇ ਜਾਂਦੀਆਂ, ਕਿੰਨੀ ਕਿੰਨੀ ਦੇਰ ਉਹ ਅੱਖਾਂ ਬੰਦ ਕਰਕੇ ਬੈਠੀਆਂ ਰਹਿੰਦੀਆਂ ਤੇ ਕਹਿੰਦੀਆਂ ਕਿ ਪਰਦੇਸੀਆਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਰਦੇਸ ਮਤਲਬ ਜਿਹੜੇ ਉਹਨਾਂ ਨੂੰ ਛੱਡ ਕੇ ਬਾਹਰ ਚਲੇ ਗਏ ਆ, ਇਕੱਲੇ ਛੱਡ ਗਏ ਉਹਨਾਂ ਨੂੰ, ਜਾਂ ਉਹਨਾਂ ਦੀ ਆਪਣੇ ਪਿਆਰੇ ਨਾਲੋਂ ਵਿਛੜ ਕੇ ਹਾਲਤ ਮਰਿਆਂ ਵਰਗੀ ਹੋ ਗਈ ਹੈ। ਹੁਣ ਇਹਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਨਾ, ਜਿਹੜੀਆਂ ਮੋਹਨ ਸਿੰਘ ਤੋਂ ਚਿੱਠੀਆਂ ਲਿਖਵਾਉਂਦੀਆਂ ਸੀ, ਉਹਨਾਂ ਨੂੰ ਤਾਂ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਓਪਰਾ ਆ, ਆਪਣਾ ਨਹੀਂ ਆ, ਪਰ ਫਿਰ ਵੀ ਉਹ ਦਿਲ ਖੋਲ ਕੇ ਮੋਹਨ ਸਿੰਘ ਅੱਗੇ ਆਪਣੇ ਜਿਹੜਾ ਹੈ ਦਿਲੀ ਭਾਵਾਂ ਦਾ ਬਿਆਨ ਕਰਦੀਆਂ ਸੀ। ਉਹ ਕੀ ਕਹਿੰਦੀਆਂ ਸੀ ਕਿ ਜਿਹੜੇ ਪਰਦੇਸੀ ਆ, ਜਿਹੜੇ ਉਹਨਾਂ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਆ, ਉਹਨਾਂ ਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੇ ਵਿਛੋੜੇ ਵਿੱਚ ਆਪਣੇ ਪਿਆਰੇ ਨਾਲੋਂ ਵਿਛੜ ਕੇ ਮਤਲਬ ਅਲੱਗ ਹੋ ਕੇ ਉਹਨਾਂ ਦੀ ਹਾਲਤ ਕਿਹੋ ਜਿਹੀ ਹੋ ਗਈ ਆ, ਮਰਿਆਂ ਵਰਗੀ ਹੋ ਗਈ ਆ। ਕਈ ਤਾਂ ਵਾਰਿਸ ਸ਼ਾਹ ਦੀ ਬੈਂਤ ਤੋਂ ਲੈ ਕੇ ਕਬੀਰ ਦੇ ਦੋਹੇ, ਬੈਂਤ ਹੁੰਦੀ ਬੱਚੇ ਲੰਬੀ ਕਵਿਤਾ, ਠੀਕ ਹੈ, ਵਾਰਿਸ ਸ਼ਾਹ ਦੀ ਬੈਂਤ ਮਤਲਬ ਲੰਬੀ ਕਵਿਤਾ, ਤੇ ਦੋਹੇ ਹੁੰਦੇ ਆ 2-2 ਸਤਰਾਂ ਦੀ ਕਵਿਤਾ, ਠੀਕ ਹੈ। ਹੋਰ ਛੋਟੇ ਛੋਟੇ ਟੋਟ ਕੇ ਜੋੜ ਕੇ ਚਿੱਠੀ ਦੇ ਵਿੱਚ ਲਿਖਵਾਉਂਦੀਆਂ। ਕੋਈ ਕਹਿੰਦੀ ਕਿ ਉਸ ਨੂੰ ਬਾਕੀ ਲੋਕਾਂ ਵਾਂਗ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ। ਹੁਣ ਕਈ ਜਿਹੜੇ ਆ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਗੱਲਾਂ ਬਖੂਬੀ ਬਣਾ ਲੈਂਦੇ ਆ, ਜਿਨ੍ਹਾਂ ਨੂੰ ਚਿੱਠੀ ਲਿਖਵਾਉਣ ਦਾ ਹੁਨਰ ਹੁੰਦਾ ਆ, ਠੀਕ ਹੈ। ਪਰ ਕਈ ਕੁੜੀਆਂ ਜਿਹੜੀਆਂ ਸੀ ਉਹ ਕੀ ਕਹਿੰਦੀਆਂ ਸੀ ਕਿ ਉਹ ਬਾਕੀ ਲੋਕਾਂ ਵਾਂਗ ਗੱਲਾਂ ਨਹੀਂ ਬਣਾ ਸਕਦੀਆਂ, ਇਸ ਕਰਕੇ ਉਹ ਉਹਨਾਂ ਦੀ ਰਾਮਸਤ ਲਿਖ ਕੇ ਬਾਕੀ ਚਿੱਠੀ ਜਿਹੜੀ ਆ ਆਪਣੇ ਵੱਲੋਂ ਹੀ ਲਿਖ ਦੇਵੇ। ਮਤਲਬ ਮੋਹਨ ਸਿੰਘ ਜਿਹੜਾ ਹੈ ਖੁਦ ਚਿੱਠੀ ਲਿਖ ਦੇਵੇ। ਸੋ ਮੋਹਨ ਸਿੰਘ ਜਿਹੜਾ ਆ ਨਾ ਦੁਖੀ ਹੋ ਜਾਂਦਾ ਕਿ ਕਦੀ ਤਾਂ ਉਹ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ, ਕਦੀ ਲਿਖਦੇ ਉਹ ਸਮਾਧੀ 'ਚ ਚਲੇ ਜਾਂਦੀਆਂ, ਕਦੀ ਉਹ ਜਿਹੜਾ ਸੀ ਦਿਲ ਖੋਲ ਕੇ ਆਪਣੀ ਵਿਛੋੜੇ ਦੇ ਹਾਲਾਤ ਬਿਆਨ ਕਰਨ ਲੱਗ ਜਾਂਦੀਆਂ। ਸੋ ਇਹ ਤਾਂ ਸੀ ਸਾਰੇ ਕੁੜੀਆਂ ਦੇ ਹਾਲਾਤ। ਹੁਣ ਆ ਗਈਆਂ ਬੁੱਢੀਆਂ, ਪਿੰਡ ਦੀਆਂ ਬੁੱਢੀਆਂ ਆਪਣੇ ਰੋਣੇ ਰੋਂਦੀਆਂ ਸੀ, ਕਿਸੇ ਦੀ ਨੂੰਹ ਲੜਾਕੀ, ਠੀਕ ਹੈ। ਹੁਣ ਤੁਹਾਡੀ ਕਹਾਣੀ 'ਚ ਕਪੱਤੀ ਲਿਖਿਆ ਨਾ, ਕਪੱਤੀ ਦੀ ਜਗ੍ਹਾ ਤੁਸੀਂ ਲੜਾਕੀ ਲਿਖ ਸਕਦੇ ਆ। ਕਿਸੇ ਦਾ ਹੱਥ ਤੰਗ ਹੈ ਮਤਲਬ ਪੈਸੇ ਵੱਲੋਂ ਦੁਖੀ ਆ, ਕਿਸੇ ਦੀ ਧੀ ਬਿਮਾਰ ਹੈ, ਕਿਸੇ ਦੇ ਲੰਬੇ ਮੁਕੱਦਮੇ ਚੱਲ ਰਹੇ ਹਨ, ਕਿਸੇ ਦਾ ਪੁੱਤਰ ਫੌਜ 'ਚ ਭਰਤੀ ਹੋ ਗਿਆ ਹੈ। ਇਹ ਸਭ ਲਿਖ ਕੇ ਮੋਹਨ ਸਿੰਘ ਦੁਖੀ ਹੋ ਚੁੱਕਾ ਸੀ। ਉਹ ਸੋਚਦਾ ਸੀ ਕਿ ਕਦੇ ਉਸਦੇ ਪਿੰਡ ਦੇ ਲੋਕ ਰਾਜ਼ੀ ਖੁਸ਼ੀ ਹੋਣਗੇ ਵੀ ਕਿ ਨਹੀਂ। ਸੋ ਪਿੰਡ ਦੀਆਂ ਕੁੜੀਆਂ ਤੇ ਬੁੜੀਆਂ ਦੋਨੋਂ ਹੀ ਜਿਹੜੀਆਂ ਸੀਗੀਆਂ ਨਾ, ਉਹਦੇ ਕੋਲੋਂ ਆਪਣੇ ਦੁੱਖ ਭਰੇ ਪੱਤਰ ਲਿਖਾਉਂਦੇ ਸੀ, ਉਹ ਵੀ ਸਧਾਰਨ ਨਹੀਂ, 4-4 ਸਫ਼ਿਆਂ ਦੇ, ਔਰ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਜੋੜ ਕੇ ਲਿਖਵਾਉਂਦਾ ਸੀ। ਔਰ ਮੋਹਨ ਸਿੰਘ ਇਹੋ ਜਿਹੇ ਜਿਹੜੇ ਪੱਤਰ ਆ ਨਾ ਦੁੱਖ ਭਰੇ ਲਿਖ ਕੇ ਦੁਖੀ ਹੋ ਚੁੱਕਾ ਸੀ, ਔਰ ਸੋਚਦਾ ਸੀ ਕਿ ਕਦੀ ਉਹਦੇ ਪਿੰਡ ਦੇ ਲੋਕ ਜਿਹੜੇ ਆ ਖੁਸ਼ ਹੋਣਗੇ, ਰਾਜੀ ਖੁਸ਼ੀ ਹੋਣਗੇ ਵੀ, ਕਿ ਹਮੇਸ਼ਾ ਉਹਨੂੰ ਇਹੋ ਜਿਹੀਆਂ ਚਿੱਠੀਆਂ ਹੀ ਲਿਖਣੀਆਂ ਪੈਣਗੀਆਂ, ਠੀਕ ਹੈ। ਨੈਕਸਟ ਕੁਐਸਚਨ ਦੇਖੋ, ਪਿੰਡ ਦੇ ਲੋਕ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਕਿਉਂ ਲਿਖਵਾਉਂਦੇ ਸੀ? ਹੁਣ ਆਪਾਂ ਰਾਜੇ ਸਟੋਰੀ 'ਚ ਪੜ੍ਹਿਆ ਸੀ ਕਿ ਮੋਹਨ ਸਿੰਘ ਜਿਹੜਾ ਹੈ ਇਕੱਲਾ ਕਾਰਾ ਪੜ੍ਹਿਆ ਸੀ ਪਿੰਡ ਦੇ ਵਿੱਚ, ਪਰ ਪਿੰਡ ਦੇ ਵਿੱਚ ਜਿਹੜੇ ਨਾ ਹੌਲੀ ਹੌਲੀ ਉਹ ਤੋਂ ਇਲਾਵਾ 3 ਬੱਚੇ ਹੋਰ ਪੜ੍ਹ ਚੁੱਕੇ ਸੀਗੇ। ਮੇਘਾ ਹੋ ਗਈ, ਕੋਟਾ ਹੋ ਗਿਆ, ਠੀਕ ਹੈ, ਹੋਰ 3 ਬੱਚੇ ਪੜ੍ਹ ਚੁੱਕੇ ਸੀ, ਪਰ ਤਾਂ ਵੀ ਲੋਕ ਜਿਹੜੇ ਆ ਨਾ ਸਿਰਫ ਮੋਹਨ ਸਿੰਘ ਤੋਂ ਹੀ ਚਿੱਠੀਆਂ ਲਿਖਵਾਉਂਦੇ ਸੀ। ਉਹਦਾ ਕੀ ਕਾਰਨ ਸੀ? ਪਿੰਡ ਦੇ ਲੋਕ ਸਿਰਫ ਮੋਹਨ ਸਿੰਘ ਕੋਲੋਂ ਚਿੱਠੀਆਂ ਲਿਖਵਾਉਂਦੇ ਸੀ। ਤੁਸੀਂ ਨਾ ਬੇਟਾ ਜਦੋਂ ਇਹ ਕੁਐਸਚਨ ਕਰਨਾ ਆ ਤੇ ਇਹਨਾਂ ਤਿੰਨਾਂ ਦਾ ਨਾਮ ਜ਼ਰੂਰ ਯਾਦ ਕਰਨਾ ਆ ਕਿ ਮੋਹਨ ਸਿੰਘ ਤੋਂ ਇਲਾਵਾ ਹੋਰ ਕਿਹੜੇ ਬੱਚੇ ਪੜ੍ਹ ਚੁੱਕੇ ਸੀ। ਕਪੂਰੇ ਦਾ ਪੁੱਤ ਮੇਘਾ, ਮੇਲੋ ਦੀ ਧੀ ਸ਼ਰਬਤੀ ਤੇ ਨਾਈਆਂ ਦਾ ਕੋਟਾ, ਇਹਨਾਂ ਤਿੰਨਾਂ ਦੇ ਨਾਮ ਯਾਦ ਕਰਨੇ ਆ, ਕਿਉਂਕਿ ਪੇਪਰਾਂ 'ਚ ਪੁੱਛ ਲੈਂਦੇ ਹੁੰਦੇ ਆ ਕਿ ਮੋਹਨ ਸਿੰਘ ਤੋਂ ਇਲਾਵਾ ਹੋਰ ਕਿਹੜੇ ਬੱਚੇ ਜਿਹੜੇ ਆ ਉਹ 5ਵੀਂ ਪਾਸ ਕਰ ਚੁੱਕੇ ਸੀ। ਸੋ ਤਿੰਨਾਂ ਦੇ ਨਾਮ ਤੁਸੀਂ ਇੱਥੋਂ ਆਪਣੀ ਬੁੱਕ 'ਚੋਂ ਕਹਾਣੀ 'ਚੋਂ ਯਾਦ ਕਰ ਸਕਦੇ, ਠੀਕ ਹੈ। ਹੁਣ ਆਪਾਂ ਜਿਹੜਾ ਆ ਸਮਝਦੇ ਆ ਕਿ ਸਿਰਫ ਮੋਹਨ ਸਿੰਘ ਤੋਂ ਕਿਉਂ ਚਿੱਠੀਆਂ ਲਿਖਵਾਉਂਦੇ ਸੀ, ਕਿਉਂਕਿ ਉਹਨਾਂ ਦਾ ਮੋਹਨ ਸਿੰਘ ਤੇ ਵਿਸ਼ਵਾਸ ਪੱਕਾ ਹੋ ਚੁੱਕਾ ਸੀ। ਪਹਿਲਾ ਕਾਰਨ, ਉਹ ਆਖਦੇ ਸਨ ਕਿ ਕਈਆਂ ਘਰਾਂ ਦੇ ਕਈ ਭੇਤ ਹੁੰਦੇ, ਭੇਤ ਹੁੰਦਾ ਰਾਸ, ਤੇ ਕਬੀਲਦਾਰੀ ਦੇ 100 ਪਰਦੇ ਹੁੰਦੇ ਆ। ਹੁਣ ਆਪਾਂ ਨੂੰ ਪਤਾ ਆ ਕਿ ਹਰ ਘਰ ਦੇ ਵਿੱਚ ਜਿਹੜੀ ਆ ਨਾ ਕੁਛ ਇਹੋ ਜਿਹੇ ਗੱਲਾਂ ਹੁੰਦੀਆਂ ਆ, ਇਹੋ ਜਿਹੇ ਪਰਦੇ ਹੁੰਦੇ ਆ ਜਿਹੜੇ ਅਸੀਂ ਸਾਰਿਆਂ ਦੇ ਅੱਗੇ ਸਾਂਝੇ ਨਹੀਂ ਕਰ ਸਕਦੇ। ਕੁਛ ਇਹੋ ਜਿਹੇ ਰਾਜ਼ ਹੁੰਦੇ ਆ ਜਿਹੜੇ ਅਸੀਂ ਸਾਰਿਆਂ ਦੇ ਅੱਗੇ ਨਹੀਂ ਖੋਲ ਸਕਦੇ। ਸੋ
ਉਹ ਜਿਹੜੇ ਲੋਕ ਆ ਨਾ ਉਹ ਕੀ ਸੋਚਦੇ ਸੀ ਕਿ ਘਰਾਂ ਦੇ ਜਿਹੜੇ ਭੇਤ ਆ ਕਬੀਲਦਾਰੀ ਦੇ ਮਤਲਬ ਘਰ ਪਰਿਵਾਰ ਦੇ ਜਿਹੜੇ ਪਰਦੇ ਆ ਨਾ ਜੋ ਹਰ ਓਪਰੇ ਬੰਦੇ ਸਾਹਮਣੇ ਜ਼ਾਹਰ ਨਹੀਂ ਕੀਤੇ ਜਾ ਸਕਦੇ। ਅਸੀਂ ਹਰ ਬੇਗਾਨੇ ਦੇ ਸਾਹਮਣੇ ਆਪਣੇ ਘਰਾਂ ਦੇ ਭੇਤ ਨਹੀਂ ਖੋਲ ਸਕਦੇ, ਠੀਕ ਹੈ ਨਾ। ਵੈਸੇ ਵੀ ਪਿੰਡ ਦੇ ਲੋਕਾਂ ਨੇ ਮੋਹਨ ਸਿੰਘ ਤੋਂ ਕਦੇ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਸੀ। ਕਿਉਂ ਨਹੀਂ ਸੀ ਲੁਕਾ ਕੇ ਰੱਖੀ? ਕਿਉਂਕਿ ਮੋਹਨ ਸਿੰਘ ਪਿਛਲੇ 5 ਸਾਲਾਂ ਤੋਂ ਸਾਰੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ। ਇਸ ਕਰਕੇ ਹੁਣ ਲੋਕਾਂ ਦਾ ਤਾਂ ਵਿਸ਼ਵਾਸ ਬਣ ਚੁੱਕਾ ਸੀ। ਇਸ ਕਰਕੇ ਉਹਨਾਂ ਨੇ ਕਦੀ ਵੀ ਕੋਈ ਗੱਲ ਮੋਹਨ ਸਿੰਘ ਤੋਂ ਲੁਕਾਈ ਨਹੀਂ ਸੀ। ਉਹ ਹਰ ਗੱਲ ਆਪਣੇ ਧੀਆਂ ਪੁੱਤਰਾਂ ਵਾਂਗ ਉਹਦੇ ਨਾਲ ਸਾਂਝੀ ਕਰ ਲੈਂਦੇ ਤੇ ਆਪਣਾ ਦਿਲ ਹਲਕਾ ਕਰ ਲੈਂਦੇ ਸਨ। ਵੈਸੇ ਵੀ ਪਿਛਲੇ 5 ਸਾਲਾਂ ਤੋਂ ਮੋਹਨ ਸਿੰਘ ਲਗਾਤਾਰ ਚਿੱਠੀਆਂ ਲਿਖਦਾ ਆ ਰਿਹਾ ਸੀ। ਉਹ ਘਰਾਂ ਦੀ ਹਰ ਘਟਨਾ ਤੋਂ ਜਾਣੂ ਸੀ, ਮਤਲਬ ਹਰ ਘਰ ਦੇ ਵਿੱਚ ਜਿਹੜਾ ਆ ਕੀ ਹੋ ਰਿਹਾ ਸੀਗਾ ਨਾ ਮੋਹਨ ਸਿੰਘ ਨੂੰ ਸਭ ਪਤਾ ਸੀ। ਕਿਉਂਕਿ ਜਦੋਂ ਲੋਕ ਚਿੱਠੀਆਂ ਲਿਖਵਾਉਂਦੇ ਸੀ ਤਾਂ ਉਹਨੂੰ ਜਾਣਕਾਰੀ ਤਾਂ ਹੋ ਹੀ ਜਾਂਦੀ ਸੀ, ਉਹਨੂੰ ਸਭ ਪਤਾ ਸੀ। ਉਹ ਘਰਾਂ ਦੀ ਹਰ ਘਟਨਾ ਤੋਂ ਜਾਣੂ ਸੀ। ਵੈਸੇ ਵੀ ਉਹ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣ ਵੀ ਲੈਂਦਾ ਸੀ ਤੇ ਚਿੱਠੀ ਦੇ ਵਿੱਚ ਉਹ ਲਿਖ ਵੀ ਦਿੰਦਾ ਸੀ। ਹੁਣ ਉਹ ਜਿੱਦਾਂ ਲੋਕ ਉਹਨੂੰ ਦੱਸਦੇ ਸੀ ਉਹ ਸੋਚ ਸਮਝ ਕੇ ਸਾਰੀ ਗੱਲ ਨੂੰ ਧਿਆਨ ਦੇ ਨਾਲ ਚਿੱਠੀ ਦੇ ਵਿੱਚ ਲਿਖ ਦਿੰਦਾ ਸੀ। ਅਸਲ ਵਿੱਚ ਮੋਹਨ ਸਿੰਘ ਦਾ ਪਿੰਡ ਵਾਲਿਆਂ ਦੇ ਨਾਲ ਰਿਸ਼ਤਾ ਜਿਹੜਾ ਹੈ ਘਰ ਦੇ ਜੀ ਵਰਗਾ ਬਣ ਚੁੱਕਾ ਸੀ। ਜਿੱਦਾਂ ਹੁਣ ਘਰ ਦਾ ਮੈਂਬਰ ਹੁੰਦਾ ਨਾ ਉਸੇ ਤਰ੍ਹਾਂ ਦਾ ਰਿਸ਼ਤਾ ਮੋਹਨ ਸਿੰਘ ਦਾ ਪਿੰਡ ਵਾਲਿਆਂ ਦੇ ਨਾਲ ਬਣ ਚੁੱਕਾ ਸੀ। ਸੋ ਇਹ ਸਾਰੇ ਕਾਰਨ ਸੀ ਜਿਸ ਕਰਕੇ ਪਿੰਡ ਦੇ ਲੋਕ ਸਿਰਫ ਮੋਹਨ ਸਿੰਘ ਕੋਲੋਂ ਹੀ ਚਿੱਠੀਆਂ ਲਿਖਵਾਉਂਦੇ ਸੀ, ਕਿਸੇ ਹੋਰ ਕੋਲ ਨਹੀਂ, ਕਿਉਂਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਹੈ ਨਾ ਉਹ ਮੋਹਨ ਸਿੰਘ ਦੇ ਉੱਪਰ ਪੱਕਾ ਹੋ ਚੁੱਕਾ ਸੀ। ਅਗਲਾ ਸਵਾਲ ਦੇਖੋ, ਹਰ ਕੌਰ ਚਿੱਠੀ ਵਿੱਚ ਕੀ ਲਿਖਵਾਉਂਦੀ ਹੈ ਜਾਂ ਹਰ ਕੌਰ ਦੁਖੀ ਕਿਉਂ ਸੀ? ਬੇਟਾ ਦੋਨੋਂ ਕੁਐਸਚਨ ਜੇ ਆਣਗੇ ਤਾਂ ਆਨਸਰ ਜਿਹੜਾ ਆ ਉਹ ਇੱਕੋ ਹੀ ਰਹੇਗਾ ਦੋਨਾਂ ਦਾ, ਕਿਉਂਕਿ ਚਿੱਠੀ ਦੇ ਵਿੱਚ ਵੀ ਉਹਨੇ ਆਪਣੇ ਸਾਰੀਆਂ ਦੁੱਖਾਂ ਤਕਲੀਫਾਂ ਦਾ ਹੀ ਜ਼ਿਕਰ ਕੀਤਾ ਸੀ ਤੇ ਉਹ ਦੁਖੀ ਕਿਉਂ ਸੀ ਗੱਲ ਜਿਹੜੀ ਆ ਉਹ ਇੱਕੋ ਹੀ ਆ। ਹਰ ਕੌਰ ਆਪਣੇ ਫੌਜੀ ਪੁੱਤਰ ਜਾਗਰ ਦੇ ਨਾਂ ਚਿੱਠੀ ਲਿਖਵਾਉਂਦੀ ਹੈ ਜਿਸ ਵਿੱਚ ਉਹ ਆਪਣੇ ਸਾਰੇ ਦੁੱਖਾਂ ਦਾ ਬਿਆਨ ਕਰਦੀ ਹੈ। ਸਭ ਤੋਂ ਪਹਿਲਾਂ ਮੋਹਨ ਸਿੰਘ ਨੇ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ ਤੇ ਉਹਦੀ ਰਾਜੀ ਖੁਸ਼ੀ ਪੁੱਛੀ। ਉਹਦੀ ਮਤਲਬ ਜਾਗਰ ਫੌਜੀ ਦੀ। ਤਾਂ ਫਿਰ ਬੁੱਢੀ ਨੇ ਲਿਖਵਾਉਣਾ ਸ਼ੁਰੂ ਕੀਤਾ ਕਿ ਉਹਦਾ ਬਾਪੂ 5ਵੀਂ ਤਰੀਕ ਭੁਗਤ ਆਇਆ ਹੈ ਤੇ 15 ਦੀ ਫਿਰ ਪੇਸ਼ੀ ਹੈ। ਹੁਣ ਸਭ ਤੋਂ ਪਹਿਲਾਂ ਜਿਹੜਾ ਹੈ ਹਰ ਕੌਰ ਚਿੱਠੀ ਦੇ ਵਿੱਚ ਆਪਣੇ ਚੱਲ ਰਹੇ ਮੁਕੱਦਮੇ ਬਾਰੇ ਜ਼ਿਕਰ ਕਰਦੀ ਆ ਕਿ ਉਹਦੀ ਜਿਹੜੀ ਹੈ 5ਵੀਂ ਤਰੀਕ ਉਹਦਾ ਬਾਪੂ ਮਤਲਬ ਜਾਗਰ ਦਾ ਜਿਹੜਾ ਬਾਪੂ ਆ ਉਹ 5ਵੀਂ ਤਰੀਕ ਭੁਗਤ ਕੇ ਆਇਆ ਆ ਤੇ ਫਿਰ ਉਸੇ ਹੀ ਮਹੀਨੇ ਦੀ 15 ਦੀ ਦੁਬਾਰਾ ਪੇਸ਼ੀ ਪੈ ਗਈ ਆ। ਦੀਪੋ ਦੇ ਪ੍ਰਾਹੁਣੇ ਦਾ, ਦੀਪੋ ਕੌਣ ਸੀ? ਇਹ ਸੀ ਜਾਗਰ ਦੀ ਭੈਣ ਤੇ ਹਰ ਕੌਰ ਦੀ ਧੀ, ਠੀਕ ਹੈ। ਪ੍ਰਾਹੁਣਾ ਮਤਲਬ ਪਤੀ। ਹਜੇ ਤੱਕ ਕੁਝ ਪਤਾ ਨਹੀਂ ਲੱਗਾ, ਠੀਕ ਹੈ, ਕਿ ਉਹਦੀ ਭੈਣ ਜਿਹੜੀ ਆ ਉਹਨਾਂ ਨੇ ਵਿਆਹੀ ਸੀ, ਪਰ ਉਹਦਾ ਪ੍ਰਾਹੁਣਾ ਜਿਹੜਾ ਹੈ ਪਤੀ ਕਿੱਥੇ ਚਲਾ ਗਿਆ ਕਿੱਥੇ ਨਹੀਂ ਹਜੇ ਤੱਕ ਉਹਦਾ ਕੋਈ ਵੀ ਪਤਾ ਨਹੀਂ। ਬੂਰੀ ਮੱਝ ਦੀ ਹਾਲਤ ਵੀ ਢਿੱਲੀ ਹੈ, ਪੂੰਛ ਨੂੰ ਬੰਬ ਨਹੀਂ ਲੱਗਣ ਕਾਰਨ ਪੂੰਛ ਵੱਢਣੀ ਪਈ। ਹੁਣ ਉਹਨਾਂ ਦੀ ਜਿਹੜੀ ਮੱਝ ਸੀ ਉਹਦੀ ਪੂੰਛ ਜਿਹੜੀ ਆ ਉਹਨੂੰ ਬਾਹਮਣੀ ਲੱਗ ਗਈ ਸੀ। ਹੁਣ ਬਾਹਮਣੀ ਲੱਗ ਜਾਵੇ ਨਾ ਤਾਂ ਪੂੰਛ ਜਿਹੜੀ ਆ ਉਹ ਕਹਿੰਦੋ ਡਿੱਗ ਪੈਂਦੀ ਆ ਜਾਂ ਫਿਰ ਉਹ ਵੱਢਣੀ ਪੈਂਦੀ ਆ ਤਾਂ ਕਿ ਅੱਗੋਂ ਸਿਹਤ ਨਾ ਵਿਗੜੇ। ਹੁਣ ਉਹਨਾਂ ਦੀ ਜਿਹੜੀ ਮੱਝ ਆ ਉਹਦੀ ਪੂੰਛ ਨੂੰ ਵੀ ਬਾਹਮਣੀ ਲੱਗ ਗਈ ਸੀ ਜਿਸ ਕਰਕੇ ਪੂੰਛ ਜਿਹੜੀ ਆ ਉਹ ਵੱਢਣੀ ਪਈ। ਹੁਣ ਤੁਹਾਨੂੰ ਪਤਾ ਆ ਕਿ ਜੇਕਰ ਅਸੀਂ ਕਿਸੇ ਵੀ ਜਾਨਵਰ ਦੀ ਪੂੰਛ ਵੱਢ ਦਈਏ ਤਾਂ ਉਹਨੂੰ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਕੋਈ ਵੀ ਸਾਧਨ ਨਹੀਂ ਲੱਭਦਾ। ਜਿੱਦਾਂ ਸਾਡੇ ਆਮ ਆਦਮੀ ਦੇ ਹੱਥ ਕੰਮ ਕਰਦੇ ਆ ਨਾ ਆਪਣੇ ਆਪ ਨੂੰ ਬਚਾਉਣ ਦੇ ਲਈ, ਉਸੇ ਤਰ੍ਹਾਂ ਜਿਹੜੇ 4 ਪੈਰਾਂ ਵਾਲੇ ਜਾਨਵਰ ਆ ਨਾ ਉਹ ਵੀ ਪੂੰਛ ਦੀ ਵਰਤੋਂ ਕਰਦੇ ਆਪਣੇ ਆਪ ਨੂੰ ਬਚਾਉਣ ਦੇ ਲਈ। ਪਰ ਉਹਨਾਂ ਦੀ ਜਿਹੜੀ ਮੱਝ ਸੀ ਉਹਦੀ ਤਾਂ ਪੂੰਛ ਵੱਢ ਦਿੱਤੀ ਗਈ ਸੀ ਜਿਸ ਕਰਕੇ ਮੱਝ ਦੀ ਜਿਹੜੀ ਕੀਮਤ ਹੈ ਨਾ ਉਹ ਅੱਧੀ ਰਹਿ ਗਈ ਸੀ। ਨਾਰੇ ਬੌਲਦ ਦਾ ਮੋਢਾ ਵੀ ਹੇਠਾਂ ਨੂੰ ਝੁਕ ਗਿਆ। ਹੁਣ ਭਾਰ ਢੋਣ ਵਾਲਾ ਜਿਹੜਾ ਉਹਨਾਂ ਦਾ ਜਾਨਵਰ ਸੀ ਬੌਲਦ ਸੀ ਉਹ ਵੀ ਭਾਰ ਢੋਣ ਕਰਕੇ ਉਹਦਾ ਮੋਢਾ ਕੀ ਹੋ ਗਿਆ ਸੀ? ਮਤਾੜਿਆ ਗਿਆ ਸੀ, ਝੁਕ ਗਿਆ ਸੀ। ਬਾਰੂ ਵੇਚਣਾ ਪਿਆ। ਬਾਰੂ ਕੌਣ ਸੀ? ਵੱਛਾ ਸੀ ਉਹਨਾਂ ਦਾ, ਕਿਉਂਕਿ ਜ਼ਮੀਨ ਦਾ ਹਾਲਾ ਦੇਣਾ ਸੀ। ਹੁਣ ਜ਼ਮੀਨ ਜਿਹੜੇ ਉਹ ਵਾਹੁੰਦੇ ਸੀ ਉਹ ਉਹਨਾਂ ਦੀ ਆਪਣੀ ਤਾਂ ਹੈ ਨਹੀਂ ਸੀ, ਉਹਨਾਂ ਨੇ ਕੀ ਲਈ ਸੀ? ਭਾੜੇ ਤੇ ਲਈ ਸੀ। ਇਸ ਕਰਕੇ ਉਹਨਾਂ ਨੂੰ ਜ਼ਮੀਨ ਦਾ ਜਿਹੜਾ ਆ ਹਾਲਾ ਦੇਣਾ ਸੀ। ਇਸ ਕਰਕੇ ਜਿਹੜਾ ਆ ਉਹਨਾਂ ਦੀ ਖੇਤੀਬਾੜੀ ਸਾਰੀ ਡੋਬੇ ਨੇ ਉਜਾੜ ਦਿੱਤੀ। ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਉਹਨਾਂ ਦੀ ਸਾਰੀ ਫਸਲ ਜਿਹੜੀ ਸੀ ਕੀ ਹੋ ਗਈ ਸੀ? ਬਰਬਾਦ ਹੋ ਗਈ ਸੀ। ਸਾਰੀ ਜਿਹੜੀ ਹੈ ਫਸਲ ਪਾਣੀ 'ਚ ਡੁੱਬ ਗਈ ਸੀ ਜਿਸ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਪਰ ਜ਼ਮੀਨ ਦਾ ਹਾਲਾ ਤਾਂ ਦੇਣਾ ਸੀ, ਇਸ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਬਾਰੂ ਸੀ ਪਿਆਰ ਦੇ ਨਾਲ ਪਾਲਿਆ ਹੋਇਆ ਉਹਨੂੰ ਵੇਚਣਾ ਪਿਆ।
उसने लिखवाया कि करतारो, करतारो कौन सी? करतारो सी जागर दी वोटी ते हर कौर दी नूं। काका होके गुजर गया, करतारो मंजे ते मरण वाली पई है। इस करके वो चिट्ठी नूं तार समझे। तार हुंदा बेटा एमरजेंसी लैटर, जिहड़ी असीं ये चाहते हैं कि शामी पाइए तो सवेरे बंदे नूं मिल जावे ते फौज चों अपना नां कटा के छेती घर आ जावे। असल विच हर कौर हर पासों दुखों तकलीफां नाल घेर चुकी सी, जिस करके वो चाहुंदी सी कि ਉਹਦਾ इकलौता पुत्तर इस दुख की घड़ी विच ਉਹਦੇ कोल होवे। सो ਉਹਦਾ पुत्तर भी मर गया सी। जागर दा घर जड़ा है चारे पासों दुखों तकलीफां दे नाल घिरिया होया सी। इस करके इस दुख की घड़ी दे विच जिहड़ी हर कौर आ वो चाहुंदी सी कि ਉਹਦਾ पुत्तर जड़ा फौज दे विच है वो अपना नाम कटा के वापस घर आ जावे, तां कि इस दुख की घड़ी दे विच वो ਉਹਦਾ सहायक बन सके। क्यों? क्योंकि हुण हर कौर दी इक्को एक उम्मीद सी, वो सी ਉਹਦਾ पुत्तर जागर। अगला क्वेश्चन आ, हर कौर दे मूहों बाकी सब सुख सांद है सुन के मोहन सिंह ते की असर होया? ਜਦੋਂ चिट्ठी लिखवाउंदे होए हर कौर अपने सारे दुखों का बयान करती है तो अखीर ते वो लिखवाउंदी है कि बाकी सब सुख सांद है। ਇਹ सुन के लेखक ਦੇ ਹੱਥੋਂ कलम डिग ਪੈਂਦੀ है तो वो सोची पै ਜਾਂਦਾ ਆ कि कोई इन्ने दुखों च गुजरदिया होया भी सुखी सांदी होने की उम्मीद अपनियां अखां विच लई बैठा है। असल विच हर कौर ने चिट्ठी विच अपने सारे दुखों का जिक्र अपने पुत्तर नूं कीता सी। वो दसदी है कि किवें एक तो बाद एक मुसीबत उस ते पहाड़ बन के टुट रही है, पर हजे भी उसने उम्मीद नहीं छड्डी सी। उस दियां अखां विच हाले भी सुख सांद दी आस सी, जो कि ये दर्शाउंदी है कि बुढ़ी आशावादी सोच दी मालक है ते दुखां विच घिरी होने के बावजूद भी हौसला नहीं हारदी। सो इत्थे सानू एक सीख मिली है कि हर कौर जिहड़ी कि हर पासों दुखां तकलीफां नाल घिरी हुई सी, उन्होंने सुख की कोई आस नहीं सी, पर फिर भी उन्हें अपनी जिहड़ी सोच है उन्होंने आशावादी ही रखिया सी और उहदियां अखां दे विच हाले भी सुख सांद की उम्मीद सी। सो वो जिहड़ी है ये सानू एक मैसेज दिंदी है कि जिन्ने मर्जी असी दुखां दे नाल घिरे होइए पर फिर भी सानू अपना हौसला नहीं हारना चाहिए, हमेशा हिम्मत बरकरार रखनी चाहिए। ठीक है। कहानी विच बुढ़ी दे पोते बारे की जानकारी? बुढ़ी मतलब हर कौर जागर फौजी दी मां, ਉਹਦਾ ਜਿਹੜਾ पोता होया सी ना, ਜਿਹੜਾ होने तो बाद गुजर गया सी, ਉਹਦੇ बारे की जानकारी दिती गई है? बुढ़ी चिट्ठी लिखवाउंदे होए अपने पोते का जिक्र करदियां एकदम भावुक हो जाती है, क्योंकि ਉਹਦਾ पोता जन्म लैंदियां सार रब नूं प्यारा होया सी, मतलब ਉਹਦੀ मौत हो गई सी। इस करके वो याद करदी दसदी है कि ਉਹਦਾ पोता किन्ना सोहना सी, बिल्कुल अपने बाप वर्गा लगदा सी। बाप मतलब जागर फौजी वर्गा लगदा सी, बिल्कुल बिल्कुल अपने बाप वर्गा लगदा सी। तिखा तिखा नक, चौड़ा मत्था, भरमा चेहरा, भरमा हुंदा ऐ गोल मटोल जिहा, सुक्का ना होवे, ऐनू वधिया भरिया होया चेहरा होवे ते चेहरे ते रौनक, रौनक मतलब ऐनू खुशी। देख के उन्होंने लग्या कि जिवें ਉਹਦਾ जागर पुत आ गया होवे। किन्नू लगा? हर कौर नूं ਇਹ लगा अपने पोते नूं देख के कि जिवें ਉਹਦਾ पुत्तर ਜਿਹੜਾ है ना ਉਹਦੇ सामने आ गया होवे, पर ਉਹਦਾ पोता ਉਹਨੂੰ ਛੱਡ के चला गया सी ते ਨੂੰਹ ਦੀ हालत भी गंभीर सी, जिस कारण हर कौर ਦੀਆਂ ਅੱਖਾਂ अथरूआं ਦੇ ਨਾਲ ਭਰੀਆਂ ਹੋਈਆਂ ਸਨ। सो वो याद करदी है कि ਉਹਦਾ पोता ਜਿਹੜਾ बिल्कुल जागर फौजी वर्गा लगदा सी, जो कि रब नूं प्यारा हो गया सी ना, ਉਹਨੂੰ याद करदी है ते ਉਹਨੂੰ याद करदी होई रोंदी है और ਉਹਦੀਆਂ ਅੱਖਾਂ ਜਿਹੜੀਆਂ ਸੀਗੀਆਂ ना ਉਹ ਅਥਰੂਆਂ ਦੇ ਨਾਲ ਭਰ ਜਾਂਦੀਆਂ ਨੇ। ਅੱਗੇ ਦੇਖੋ, ਬਾਰੂ ਨੂੰ ਕਿਉਂ ਵੇਚਣਾ ਪਿਆ? ਬਾਰੂ ਜਿਹੜਾ ਉਹਨਾਂ ਦਾ ਵੱਛਾ ਸੀਗਾ ਉਹਨੂੰ ਕਿਉਂ ਵੇਚਣਾ ਪਿਆ? बारू हर कौर दा अपना घर दा पालिया होया वच्छा सी, जिस तो उन्होंने उम्मीद सी कि वह बड़ा सोहना वैड़का निकलेगा, पर बारू उन्होंने वेचना पिया क्योंकि उन्होंने जमीन का हाला देना सी। तो मैं पहला भी समझाया कि उन्होंने जमीन जिहड़ी आ अपनी नहीं सी, उन्होंने भाड़े ते लई सी। इस करके जिहड़ा है बेशक उन्हों की जमीन तो जिहड़ी है जिहड़ी उन्होंने वाही सी, सारी फसल बर्बाद हो गई सी, खेतीबाड़ी ने जिहड़ी है उन्हों की सारी खेती पानी ने उजाड़ दित्ती सी,
ਪੱਕੀ ਹੋਈ ਫਸਲ ਨੂੰ ਇੰਜ ਪਾਣੀ ਵਿੱਚ ਡੁੱਬੀ ਵੇਖ ਕੇ ਉਹਨਾਂ ਦਾ ਮਨ ਅੰਦਰ ਤੱਕ ਦੁਖੀ ਹੋ ਗਿਆ ਸੀ। ਜਦੋਂ ਉਹਨਾਂ ਨੇ ਦੇਖਿਆ ਨਾ ਕਿ ਸਾਰੀ ਜਿਹੜੀ ਖੇਤ ਆ ਪਾਣੀ ਦੇ ਵਿੱਚ ਡੁੱਬ ਗਏ ਆ, ਤਾਂ ਦੁਖੀ ਤਾਂ ਬਹੁਤ ਹੋਏ ਸੀ, ਜਿਸ ਕਾਰਨ ਉਹਨਾਂ ਨੂੰ ਬਾਰੂ ਵੇਚਣਾ ਪਿਆ, ਕਿਉਂਕਿ ਹੁਣ ਹਾਲਾ ਦੇਣਾ ਸੀ, ਪੈਸੇ ਉਹਨਾਂ ਕੋਲ ਹੈ ਨਹੀਂ ਸੀ। ਇਸ ਕਰਕੇ ਉਹਨਾਂ ਕੋਲ ਜਦੋਂ ਹੋਰ ਕੋਈ ਵੀ ਤਰੀਕਾ ਨਾ ਲੱਭਿਆ ਤਾਂ ਉਹਨਾਂ ਨੂੰ ਅਖੀਰ ਜਿਹੜਾ ਸੀ ਆਪਣਾ ਘਰ ਦਾ ਪਾਲਿਆ ਹੋਇਆ ਵੱਛਾ ਵੇਚਣਾ ਪਿਆ। ਮੇਲੇ ਤੋਂ ਲਿਆਂਦੀਆਂ ਉਹਦੀਆਂ ਘੁੰਗਰਾਲਾਂ ਤੇ ਨੱਥ, ਘੁੰਗਰਾਲਾਂ ਹੁੰਦੀਆਂ ਘੁੰਗਰੂ ਜਿਹੜੇ ਪੈਰਾਂ 'ਚ ਪਾਉਂਦੇ ਆ, ਤੇ ਨੱਥ ਜਿਹੜੀ ਨੱਕ 'ਚ ਪਾਈ ਜਾਂਦੀ ਆ, ਪਾਉਣੀ ਨਸੀਬ ਨਾ ਹੋਈ। ਉਹ ਜਿੱਦਣ ਵਿਕਿਆ ਉਸ ਦਿਨ ਹਰ ਕੌਰ ਦੇ ਘਰ ਵਾਲੇ ਨੇ ਨਾ ਚੱਜ ਨਾਲ ਰੋਟੀ ਖਾਧੀ, ਸਗੋਂ ਸਾਰਾ ਦਿਨ ਚੁੱਪ ਕੀਤੀ ਨੀਵੀਂ ਪਾ ਕੇ ਬੈਠਾ ਰਿਹਾ। ਸੋ ਉਹਨਾਂ ਨੂੰ ਇੰਨਾ ਦੁੱਖ ਸੀ ਬਾਰੂ ਦੇ ਵਿਕਣ ਦਾ ਕਿ ਨਾ ਤਾਂ ਹਰ ਕੌਰ ਦੇ ਘਰ ਵਾਲੇ ਨੇ ਉਦੋਂ ਰੋਟੀ ਖਾਧੀ, ਤੇ ਸਗੋਂ ਸਾਰਾ ਦਿਨ ਉਹ ਚੁੱਪ ਕਰਕੇ ਨੀਵੀਂ ਪਾ ਕੇ ਬੈਠਾ ਰਿਹਾ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਬਾਰੂ ਜਿਹੜਾ ਹੈ ਵੱਡਾ ਹੋ ਕੇ ਉਹਨਾਂ ਦਾ ਕੰਮ ਆਵੇਗਾ, ਪਰ ਉਹ ਵੇਚਣਾ ਪਿਆ, ਜਿਸ ਕਰਕੇ ਉਹ ਕਾਫੀ ਦੁਖੀ ਸੀ। ਕਹਾਣੀ ਵਿੱਚ ਦੀਪੋ ਬਾਰੇ ਕੀ ਜਾਣਕਾਰੀ ਮਿਲਦੀ ਆ? ਦੀਪੋ ਹਰ ਕੌਰ ਦੀ ਧੀ ਤੇ ਜਾਗਰ ਫੌਜੀ ਦੀ ਭੈਣ ਸੀ। ਪਹਿਲਾਂ ਤਾਂ ਤੁਸੀਂ ਇਹ ਰਿਸ਼ਤਾ ਦੱਸੋਗੇ, ਠੀਕ ਹੈ, ਜਿਸ ਦੇ ਪ੍ਰਾਹੁਣੇ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ। ਇਸ ਕਰਕੇ ਹਰ ਕੌਰ ਨੇ ਚਿੱਠੀ ਦੇ ਵਿੱਚ ਲਿਖਵਾਇਆ ਸੀ ਕਿ ਉਹ ਦੀਪੋ ਦੇ ਘਰ ਵਾਲੇ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਪਤਾ ਲਗਾਵੇ ਕਿ ਉਹ ਕਿੱਥੇ ਹੈ, ਕਿਉਂਕਿ ਉਹਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ। ਸੋ ਤੁਸੀਂ ਸਿਰਫ ਇੰਨਾ ਦੱਸਣਾ ਹੈ ਕਿ ਦੀਪੋ ਜਿਹੜਾ ਸੀ ਉਹ ਹਰ ਕੌਰ ਦੀ ਜਿਹੜੀ ਆ ਧੀ ਸੀ ਤੇ ਜਾਗਰ ਫੌਜੀ ਦੀ ਭੈਣ ਸੀ, ਵਿਆਹੀ ਹੋਈ ਸੀ, ਪਰ ਉਹਦਾ ਪਤੀ ਜਿਹੜਾ ਸੀ ਉਹ ਕਿੱਥੇ ਚਲਾ ਗਿਆ ਸੀ ਉਹਦਾ ਕੋਈ ਹਜੇ ਤੱਕ ਜਾਣਕਾਰੀ ਨਹੀਂ ਸੀ। ਇਸ ਕਰਕੇ ਹਰ ਕੌਰ ਨੇ ਜਾਗਰ ਨੂੰ ਉਹਦਾ ਪਤਾ ਲਗਾਉਣ ਦੇ ਲਈ ਚਿੱਠੀ ਦੇ ਵਿੱਚ ਲਿਖਿਆ ਸੀ, ਤਾਂ ਕਿ ਦੀਪੋ ਨੂੰ ਵਾਪਸ ਆਪਣੇ ਘਰ ਭੇਜਿਆ ਜਾ ਸਕੇ। ਸੋ ਰਾਜੇ ਇੱਦਾਂ ਦੇ ਜਿਹੜੇ ਹੈ ਕੁਐਸਚਨ ਆਨਸਰ ਉਹ ਤੁਹਾਨੂੰ ਆ ਜਾਂਦੇ ਹੁੰਦੇ ਆ। ਇਸ ਤੋਂ ਇਲਾਵਾ ਨਾ ਇੱਕ ਦੋ ਕੁਐਸਚਨ ਜਿਹੜੇ ਆ ਦੇਖੋ ਮੈਂ ਹੋਰ ਐਡ ਕੀਤੇ ਸੀ। ਮੋਹਨ ਸਿੰਘ ਪਿੰਡ ਛੱਡ ਕੇ ਕਿਉਂ ਜਾਣਾ ਚਾਹੁੰਦਾ ਸੀ? ਕਿਉਂ ਜਾਣਾ ਚਾਹੁੰਦਾ ਸੀ? ਕਿਉਂਕਿ ਇਹਦੇ 'ਚ ਤੁਸੀਂ ਦੱਸਣਾ ਆ ਕਿ ਮੋਹਨ ਸਿੰਘ ਜਿਹੜਾ ਹੈ ਉਹ ਚਿੱਠੀਆਂ ਲਿਖ ਲਿਖ ਕੇ ਦੁਖੀ ਹੋ ਚੁੱਕਾ ਸੀ, ਉਹ ਤੰਗ ਆ ਚੁੱਕਾ ਸੀ ਕਿ ਉਹ ਇਹ ਸੋਚਦਾ ਸੀ ਕਿ ਉਹ ਕਿਤੇ ਐਸੀ ਜਗ੍ਹਾ ਨੱਠ ਜਾਵੇ ਜਿੱਥੇ ਉਹਨੂੰ ਨਾ ਤਾਂ ਦੁੱਖ ਭਰੀਆਂ ਚਿੱਠੀਆਂ ਲਿਖਣੀਆਂ ਪੈਣ ਤੇ ਨਾ ਹੀ ਉਹਨੂੰ ਜਿਹੜਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣ। ਜੇ ਤੁਸੀਂ ਬੇਟਾ ਹੈਲਪ ਲੈਣੀ ਆ ਤੇ ਇੱਥੋਂ ਜਿਹੜਾ ਹੈ ਹੈਲਪ ਲੈ ਸਕਦੇ ਆ। ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ, ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ, ਉੱਥੇ ਨਾ ਮੇਰੇ ਤੋਂ ਕੋਈ ਚਿੱਠੀ ਲਿਖਵਾਵੇਗਾ ਤੇ ਨਾ ਹੀ ਮੈਂ ਦੁਖੀ ਹੋਵਾਂਗਾ। ਸੋ ਇਹਨਾਂ ਲਾਈਨਾਂ ਨੂੰ ਤੁਸੀਂ ਐਕਸਪਲੇਨ ਕਰੋਗੇ ਕਿ ਮੋਹਨ ਸਿੰਘ ਜਿਹੜਾ ਹੈ ਉਹ ਪਿੰਡ ਛੱਡ ਕੇ ਕਿਉਂ ਜਾਣਾ ਚਾਹੁੰਦਾ ਸੀ, ਠੀਕ ਹੈ। ਅਗਲਾ ਹੈ ਕਹਾਣੀ ਵਿੱਚ ਕਰਤਾਰੋ ਬਾਰੇ ਕੀ ਜਾਣਕਾਰੀ ਮਿਲਦੀ ਹੈ, ਠੀਕ ਹੈ। ਹੁਣ ਕਰਤਾਰੋ ਕੌਣ ਸੀ? ਇਹ 'ਚ ਤੁਸੀਂ ਦੱਸਣਾ ਹੈ ਕਿ ਜਿਹੜੀ ਕਰਤਾਰੋ ਹੈ ਉਹ ਹਰ ਕੌਰ ਦੀ ਨੂੰਹ ਹੈ ਤੇ ਜਾਗਰ ਫੌਜੀ ਦੀ ਵਹੁਟੀ ਹੈ, ਜਿਹਨੇ ਕਿ ਪੁੱਤਰ ਨੂੰ ਜਨਮ ਦਿੱਤਾ ਸੀ ਤੇ ਉਹਦਾ ਪੁੱਤਰ ਹੁੰਦਿਆਂ ਸਾਰ ਰੱਬ ਨੂੰ ਪਿਆਰਾ ਹੋ ਗਿਆ ਸੀ। ਪਰ ਕਰਤਾਰੋ ਦੀ ਆਪਣੀ ਸਿਹਤ ਵੀ ਜਿਹੜੀ ਆ ਉਹ ਕਾਫੀ ਮਾੜੀ ਸੀ। ਕਿਉਂਕਿ ਉਹਦਾ ਜਿਹੜਾ ਹੈ ਇੱਥੇ ਪੇਜ ਨੰਬਰ 54 ਤੇ ਹੈ ਕਿ ਕਰਤਾਰੋ ਸੀ ਹਰ ਕੌਰ ਦੀ ਨੂੰਹ, ਜਿਸ ਨੇ ਪਰਸੋਂ ਪੁੱਤ ਜੰਮਿਆ ਸੀ, ਅੰਦਰ ਮੰਜੇ ਤੇ ਪਈ ਉਹ ਕਰਾ ਰਹੀ ਸੀ, ਚੀਕਾਂ ਮਾਰ ਰਹੀ ਸੀ, ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ ਜਿਹੜਾ ਹਜੇ ਤੱਕ ਨਹੀਂ ਸੀ ਟਿਕਿਆ। ਸੋ ਇਹ ਜਾਣਕਾਰੀ ਤੁਸੀਂ ਕਰਤਾਰੋ ਬਾਰੇ ਦੋਗੇ। ਹਰ ਕੌਰ ਕਿਉਂ ਚਾਹੁੰਦੀ ਸੀ ਕਿ ਜਾਗਰ ਫੌਜ ਚੋਂ ਨਾਵਾਂ ਕਟਾ ਕੇ ਵਾਪਸ ਆ ਜਾਵੇ? ਹੁਣ ਇੱਥੇ ਤੁਹਾਡਾ ਫਿਰ ਇੱਥੇ ਜ਼ਿਕਰ ਹੈ ਬੇਟਾ ਕਿ ਜਿਹੜਾ ਹੈ ਬੁੱਢੀ ਜਿਹੜੀ ਹੈ ਉਹ ਕਿਉਂ ਚਾਹੁੰਦੀ ਸੀ ਕਿ ਉਹਦਾ ਜਿਹੜਾ ਦੇਖੋ ਬੁੜੀ ਨੇ ਹੌਕਾ ਭਰ ਕੇ ਕਿਹਾ, ਪੁੱਤਰ ਮੋਹਣਿਆ ਜਰਾ ਚੰਗੀ ਤਰ੍ਹਾਂ ਲਿਖੀ ਚਿੱਠੀ, ਪੜ੍ਹ ਕੇ ਮੁੰਡਾ ਫੌਜ ਚੋਂ ਨਾਵਾਂ ਕਟਾਵੇ, ਅਸੀਂ ਬੜੇ ਦੁਖੀ ਹਾਂ ਪੁੱਤ। ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਫੇਰ ਭਰ ਆਈਆਂ। ਸੋ ਜਿਹੜੀ ਹਰ ਕੌਰ ਆ ਉਹ ਕਿਉਂ ਚਾਹੁੰਦੀ ਸੀ ਕਿ ਜਾਗਰ ਜਿਹੜਾ ਹੈ ਉਹ ਆਪਣਾ ਨਾਮ ਫੌਜ ਚੋਂ ਕਟਾ ਕੇ ਆ ਜਾਵੇ? ਕਿਉਂਕਿ ਜਿਹੜੀ ਹਰ ਕੌਰ ਆ ਉਹ ਬਹੁਤ ਹੀ ਦੁਖੀ ਸੀ, ਉਹਨੂੰ ਹਰ ਪਾਸੋਂ ਦੁੱਖਾਂ ਤਕਲੀਫਾਂ ਨੇ ਘੇਰਿਆ ਹੋਇਆ ਸੀ, ਉਹਨੂੰ ਸੁੱਖ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਸੀ ਆ ਰਹੀ। ਇਸ ਕਰਕੇ ਉਹ ਚਾਹੁੰਦੀ ਸੀ ਕਿ ਉਹਦਾ ਪੁੱਤਰ ਜਿਹੜਾ ਹੈ ਫੌਜ ਚੋਂ ਨਾਮ ਕਟਾ ਕੇ ਆ ਜਾਵੇ, ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਸਾਥ ਦੇਣ ਵਾਲਾ ਪੁੱਤਰ ਉਹਦੇ ਕੋਲ ਹੋਵੇ, ਕਿਉਂਕਿ ਹੁਣ ਉਹਦਾ ਜਿਹੜਾ ਹੈ ਇੱਕ ਮਾਤਰ ਸਹਾਰਾ ਉਹਦਾ ਪੁੱਤਰ ਹੀ ਸੀ। ਸੋ ਇਸ ਕਰਕੇ ਜਿਹੜਾ ਹੈ ਹਰ ਕੌਰ ਚਾਹੁੰਦੀ ਸੀ ਕਿ ਜਾਗਰ ਜਿਹੜਾ ਹੈ ਉਹ ਆ ਕੇ ਆਪਣੇ ਘਰ-ਬਾਰ ਦੀਆਂ ਦੁੱਖਾਂ ਤਕਲੀਫਾਂ ਨੂੰ ਦੇਖੇ ਤੇ ਜਿਹੜਾ ਹੈ ਇਸ ਦੁੱਖ ਦੀ ਘੜੀ ਵਿੱਚ ਉਹਦਾ ਸਾਥ
ਦਵੇ। ਇਸ ਕਰਕੇ ਉਹ ਉਹਨੂੰ ਕਹਿੰਦੀ ਆ ਕਿ ਫੌਜ ਚੋਂ ਨਾਮ ਕਟਾ ਕੇ ਆ ਜਾਵੇ ਤੇ ਚਿੱਠੀ ਨੂੰ ਤਾਰ ਸਮਝੇ। ਸੋ ਇਸ ਤਰ੍ਹਾਂ ਦੇ ਰਾਜੇ ਜਿਹੜੇ ਕੁਐਸਚਨ ਹੈ ਨਾ ਕਹਾਣੀ ਦੇ ਵਿੱਚੋਂ ਬਣ ਕੇ ਆ ਜਾਂਦੇ ਹੁੰਦੇ ਆ। ਇਸ ਢੰਗ ਨਾਲ ਤੁਸੀਂ ਤਿਆਰੀ ਕਰਨੀ ਹੈ, ਠੀਕ ਹੈ। ਸੋ ਧਿਆਨ ਨਾਲ ਸਾਰੇ ਪੜ੍ਹਿਓ ਕੁਐਸਚਨ ਤੇ ਆਪਣਾ ਜਿਹੜਾ ਹੈ ਤਿਆਰੀ ਕਰਨੀ ਹੈ। ਓਕੇ, ਗੁੱਡ ਲੱਕ।